ਹੈਲੋ एवरीवन। ਅੱਜ ਆਪਾਂ ਕੁਝ ਹੋਰ ਲਿਟਰੇਰੀ ਟਰਮਸ ਕਰਨ ਜਾ ਰਹੇ ਹਾਂ ਜਿਹੜੀਆਂ ਹੁਣ ਤੱਕ ਆਪਾਂ ਮੋਸਟ ਇੰਪੋਰਟੈਂਟ ਲਿਟਰੇਰੀ ਟਰਮਸ ਕੰਪਲੀਟ ਕੀਤੀਆਂ। ਮੈਨੂੰ ਹੋਪ ਹੈ ਵੀ ਉਹ ਤੁਸੀਂ ਵੀ ਕਰ ਲਈਆਂ ਹੋਣਗੀਆਂ। ਜੇਕਰ ਉਹ ਹਜੇ ਤੱਕ ਨਹੀਂ ਕੀਤੀਆਂ ਤਾਂ ਤੁਸੀਂ ਮੇਰੀ ਵੀਡੀਓਜ਼ 'ਚੋਂ ਕਰ ਸਕਦੇ ਹੋ। ਅਤੇ ਅੱਜ ਆਪਾਂ ਜਿਹੜੀਆਂ ਕਰਨ ਜਾ ਰਹੇ ਹਾਂ ਟਰਮਸ, ਆਪਾਂ ਉਹਨਾਂ ਨੂੰ ਘੱਟ ਸ਼ਬਦਾਂ ਵਿੱਚ ਕੀਵਰਡਸ ਨਾਲ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੇ। ਫਸਟ ਆਪਣੇ ਕੋਲ ਕੈਕੋਫਨੀ। ਕੈਕੋਫਨੀ ਕੀ ਆ? ਅ ਮਿਕਸਚਰ ਆਫ ਲਾਊਡ, ਅਨਪਲੈਜ਼ੈਂਟ ਐਂਡ ਹਾਰਸ਼ ਸਾਊਂਡਸ। ਯਾਨੀ ਕੈਕੋਫਨੀ ਕੀ ਹੈ? ਜਿਹਦੇ 'ਚ ਹਾਰਸ਼ ਸਾਊਂਡ ਹੁੰਦੇ ਆ, ਜਿਹੜੇ ਕਿ ਕਠੋਰ ਸ਼ਬਦ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਕੈਕੋਫਨੀ। ਤੁਸੀਂ ਹਾਰਸ਼ ਸਾਊਂਡ ਯਾਦ ਰੱਖਣਾ, ਅਨਪਲੈਜ਼ੈਂਟ ਸਾਊਂਡ। ਠੀਕ ਹੈ, ਤੁਸੀਂ ਅਨਪਲੈਜ਼ੈਂਟ ਔਰ ਹਾਰਸ਼ ਸਾਊਂਡ ਯਾਦ ਰੱਖਣਾ। ਨੈਕਸਟ ਆਪਣੇ ਕੋਲ ਯੂਫਨੀ। ਯੂਫਨੀ ਕੀ ਹੈ? ਯੂ ਮੀਨਿੰਗ ਗੁੱਡ, ਫੋਨ ਮੀਨਿੰਗ ਸਾਊਂਡ, यानी कि गुड साउंड। इट गिव्स प्लेजेंट एंड सूथिंग इफेक्ट्स टू द ईयर्स। ਇਹਨੂੰ ਤੁਸੀਂ ਪਲੈਜ਼ੈਂਟ ਨਾਲ ਵੀ ਯਾਦ ਰੱਖ ਸਕਦੇ ਹੋ। ਕੈਕੋਫਨੀ ਤੇ ਯੂਫਨੀ ਇੱਕ ਦੂਜੇ ਦੇ ਆਪੋਜ਼ਿਟ ਹੈ ਬਿਲਕੁਲ। ਕੈਕੋਫਨੀ ਹਾਰਸ਼ ਸਾਊਂਡ ਹੈ, ਯੂਫਨੀ ਕੀ ਹੈ? ਪਲੈਜ਼ੈਂਟ ਸਾਊਂਡ। ਨੈਕਸਟ ਇੱਕ ਐਪੀਫਨੀ। ਐਪੀਫਨੀ ਤੇ ਯੂਫਨੀ ਨੂੰ ਤੁਸੀਂ ਮਿਕਸ ਨਾ ਕਰ ਦਿਓ, ਧਿਆਨ ਰੱਖਿਓ। ਐਪੀਫਨੀ ਕੀ ਹੈ? ਸਡਨ ਰਿਲਾਈਜੇਸ਼ਨ। ਬਸ ਤੁਸੀਂ ਇੰਨਾ ਵੀ ਯਾਦ ਰੱਖ ਲਓ ਕਿ ਕੀ ਹੈ? ਸਡਨ ਰਿਲਾਈਜੇਸ਼ਨ ਹੈ, ਜਿਹੜੇ ਕਿ ਅਚਾਨਕ ਰਿਲਾਈਜ਼ ਹੁੰਦਾ ਹੈ। ਠੀਕ ਹੈ, ਮੇ ਬੀ 3 ਤੁਹਾਨੂੰ ਕੀਵਰਡਸ ਨਾਲ ਯਾਦ ਹੋ ਗਈਆਂ ਹੋਣੀਆਂ। ਨੈਕਸਟ ਹੈ ਆਇਰਨੀ। ਆਇਰਨੀ ਵੀ ਮੋਸਟ ਇੰਪੋਰਟੈਂਟ ਹੈ, ਜਿਹਨੂੰ ਤੁਸੀਂ ਕਹਿੰਦੇ ਆ ਵਿਅੰਗਾਤਮਕ, ਜਿਹਨੂੰ ਵਿਅੰਗ ਕਹਿ ਦਿੰਦੇ ਉਹਨੂੰ ਇੰਗਲਿਸ਼ 'ਚ ਆਪਾਂ ਕਹਿੰਦੇ ਆਇਰਨੀ। ਅ ਵੇ ਆਫ ਸਪੀਕਿੰਗ ਦੈਟ ਸ਼ੋਜ਼ ਯੂ ਆਰ ਜੋਕਿੰਗ ਔਰ ਦੈਟ ਯੂ ਮੀਨ ਦੀ ਆਪੋਜ਼ਿਟ ਆਫ ਵਾਟ ਯੂ ਸੇ। ਇਹਦਾ ਮੀਨਿੰਗ ਹੁੰਦਾ ਕਿ ਜਦੋਂ ਤੁਸੀਂ ਕਹੋ ਇੱਕ ਸ਼ਬਦ ਪਰ ਉਹਦਾ ਮੀਨਿੰਗ ਬਿਲਕੁਲ ਆਪੋਜ਼ਿਟ ਹੋਵੇ। ਯਾਨੀ ਕਈ ਤੁਸੀਂ ਕੁਛ ਜਾਂਦੇ ਆ, ਯਾਨੀ ਜਿਵੇਂ ਆਪਾਂ ਪੰਜਾਬੀ 'ਚ ਨਹੀਂ ਕਰਦੇ, ਆਪਾਂ ਵਿਅੰਗ ਕੱਸ ਦਿੰਦੇ ਹਾਂ ਕਿਸੇ 'ਤੇ, ਕਹਿੰਦੇ ਆਪਾਂ ਕੁਛ ਆ ਪਰ ਉਹਦਾ ਮੀਨਿੰਗ ਬਿਲਕੁਲ ਆਪੋਜ਼ਿਟ ਹੁੰਦਾ ਹੈ। ਇਹਦੀ ਐਗਜ਼ਾਮਪਲ ਵੇਖੋ, ਇਹ ਕਿਉਂਕਿ ਮੋਸਟ ਇੰਪੋਰਟੈਂਟ ਆ ਤਾਂ ਆਪਾਂ ਇਹਦੀ ਐਗਜ਼ਾਮਪਲ ਜ਼ਰੂਰ ਕਰਾਂਗੇ। ਇਫ ਇਟ ਵਾਰ ਅ ਕੋਲਡ ਰੇਨੀ ਗ੍ਰੇ ਡੇ ਯੂ ਮਾਈਟ ਸੇ ਵਾਟ ਅ ਬਿਊਟੀਫੁਲ ਡੇ। ਯਾਨੀ ਕਿ ਇੱਕ ਪਾਸੇ ਤਾਂ ਮੀਂਹ ਪੈ ਰਿਹਾ ਹੋਵੇ, ਠੰਡਾ ਦਿਨ ਹੋਵੇ, ਅਤੇ ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਕਿ ਵੇਖ ਕੇ ਬਾਹਰ, ਵੈਸੇ ਤਾਂ ਆਪਾਂ ਦਿਲੋਂ ਨਹੀਂ ਆਪਾਂ ਨੂੰ ਚੰਗਾ ਲੱਗ ਰਿਹਾ ਹੁੰਦਾ, ਪਰ ਫਿਰ ਵੀ ਆਪਾਂ ਕਹਿੰਦੇ ਉਹ ਕੀ ਵਧੀਆ ਦਿਨ ਹੈ। ਆਪਾਂ ਕਹਿ ਆਏ ਦਿੰਦੇ ਹਾਂ ਪਰ ਆਪਣਾ ਅੰਦਰ ਮੀਨਿੰਗ ਕੁਛ ਹੋਰ ਹੁੰਦਾ। ਅੰਦਰੋਂ ਤਾਂ ਆਪਾਂ ਨੂੰ ਇਹ ਹੁੰਦਾ ਵੀ ਆਹ ਕੀ ਹੋਈ ਜਾਂਦਾ, ਅਤੇ ਪਰ ਆਪਾਂ ਉੱਤੋਂ ਕਹਿ ਦਿੰਦੇ ਹਾਂ ਆਹ ਵੇਖੋ ਕਿੱਡਾ ਵਧੀਆ ਦਿਨ। ਉਵੇਂ ਉਵੇਂ ਇਹ ਕੀ ਹੈ? ਇੱਕ ਆਇਰਨੀ ਹੈ। ਠੀਕ ਹੈ, ਨੈਕਸਟ ਹੈ ਪਨ। ਪਨ ਮੀਨਿੰਗ ਪਲੇ ਔਨ ਵਰਡਸ। ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖਣਾ, ਪਲੇ ਔਨ ਵਰਡਸ। ਐਨ ਅਮਿਊਜ਼ਿੰਗ ਯੂਜ਼ ਆਫ ਵਰਡ ਦੈਟ ਕੈਨ ਹੈਵ ਟੂ ਮੀਨਿੰਗਸ ਔਰ ਆਫ ਡਿਫਰੈਂਟ ਵਰਡਸ ਦੈਟ ਸਾਊਂਡ ਦੀ ਸੇਮ। ਇਹਦੇ 'ਚ ਕੀ ਹੈ? ਸ਼ਬਦਾਂ ਦੀ ਇੱਕ ਖੇਡ ਹੈ। ਇਹਦੇ 'ਚ ਜਿਹੜੇ ਦੋ ਸ਼ਬਦ ਅਸੀਂ ਬੋਲਦੇ ਇੱਕੋ ਜਿਹੇ ਹੈ ਪਰ ਉਹਨਾਂ ਦਾ ਮੀਨਿੰਗ ਅਲੱਗ-ਅਲੱਗ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਪਨ। ਇਹਦੀ ਐਗਜ਼ਾਮਪਲ ਵੇਖੋ, ਏਟ ਔਰ ਏਟ। ATE ਏਟ ਵੀ ਬੋਲਦੇ ਆਪਾਂ, EIGHT ਵੀ ਏਟ ਹੁੰਦਾ। ਆਹ ਏਟ ਹੋ ਗਿਆ ਖਾਣਾ, ਆਹ ਏਟ ਹੋ ਗਿਆ ਜਿਹਨੂੰ ਆਪਾਂ 8 ਕਹਿ ਦਿੰਦੇ ਹਾਂ। ਯਾਨੀ ਦੂਸਰੇ ਸ਼ਬਦਾਂ 'ਚ ਕਹਾਂ ਤਾਂ ਇਹ ਕੀ? ਹੋਮੋਫੋਨਸ। ਹੋਮੋਫੋਨਸ ਕੀ ਆ? ਹੋਮੋ ਮੀਨਿੰਗ ਹੁੰਦਾ ਸੇਮ, ਫੋਨ ਮੀਨਿੰਗ ਹੁੰਦਾ ਸਾਊਂਡ। ਅਗਰ ਤੁਹਾਨੂੰ ਹੋਮੋਫੋਨ ਵੀ ਆ ਜਾਵੇ ਤਾਂ ਤੁਸੀਂ ਧਿਆਨ ਰੱਖਣਾ, ਹੋਮੋ ਮੀਨਿੰਗ ਸੇਮ, ਫੋਨ ਮੀਨਿੰਗ ਸਾਊਂਡ। ਸੇਮ ਸਾਊਂਡ, ਉਹਨੂੰ ਆਪਾਂ ਹੋਮੋਫੋਨ ਵੀ ਕਹਿੰਦੇ ਹਾਂ। ਨੈਕਸਟ ਆਪਣੇ ਕੋਲ ਆਟੋਬਾਇਓਗ੍ਰਾਫੀ। ਇਹ ਤੁਹਾਨੂੰ ਵਨ ਵਰਡ ਸਬਸਟੀਟਿਊਸ਼ਨ 'ਚ ਵੀ ਆ ਸਕਦਾ ਹੈ। ਆਟੋਬਾਇਓਗ੍ਰਾਫੀ ਕੀ ਹੁੰਦਾ? ਜੇ ਤੁਹਾਨੂੰ ਪੰਜਾਬੀ 'ਚ ਪਤਾ ਸਵੈ ਜੀਵਨੀ, ਤਾਂ ਤੁਹਾਨੂੰ ਇੰਗਲਿਸ਼ ਦੀ ਆਟੋਬਾਇਓਗ੍ਰਾਫੀ ਆਰਾਮ ਨਾਲ ਸਮਝ ਆ ਜੂਗੀ। ਬਸ ਇਹ ਸਵੈ ਜੀਵਨੀ ਨੂੰ ਆਪਾਂ ਇੰਗਲਿਸ਼ 'ਚ ਆਟੋਬਾਇਓਗ੍ਰਾਫੀ ਕਹਿੰਦੇ ਹਾਂ। ਐਨ ਆਟੋਬਾਇਓਗ੍ਰਾਫੀ ਇਜ਼ ਦਾ ਬੁੱਕ ਅਬਾਊਟ ਦੀ ਲਾਈਫ ਆਫ ਅ ਪਰਸਨ ਰਿਟਨ ਬਾਏ ਦੈਟ ਪਰਸਨ। ਆਟੋਬਾਇਓਗ੍ਰਾਫੀ ਕੀ ਹੁੰਦੀ ਹੈ? ਆਤਮ ਕਥਾ ਔਰ ਸਵੈ ਜੀਵਨੀ। ਜਿਹੜਾ ਇੱਕ ਇਨਸਾਨ ਆਪਣੇ ਬਾਰੇ ਸਾਰਾ ਕੁਛ ਲਿਖਦਾ ਹੈ ਉਹਨੂੰ ਆਪਾਂ ਆਟੋਬਾਇਓਗ੍ਰਾਫੀ ਕਹਿੰਦੇ ਹਾਂ, ਜਿਹਨੂੰ ਆਪਾਂ ਪੰਜਾਬੀ ਸਵੈ ਜੀਵਨੀ ਕਹਿੰਦੇ ਹਾਂ। ਨੈਕਸਟ ਆਪਣੇ ਕੋਲ ਬਾਇਓਗ੍ਰਾਫੀ। ਬਾਇਓਗ੍ਰਾਫੀ ਕੀ ਹੈ? ਜੀਵਨੀ। A biography is a detailed description or account of someone's life। ਇਹ ਕਿਸੇ ਇਨਸਾਨ ਦੀ ਜੀਵਨੀ ਲਿਖਦੇ ਆ, ਯਾਨੀ ਕਿਸੇ ਦੂਸਰੇ ਇਨਸਾਨ ਦੀ ਲਿਖਦੇ ਆ, ਆਪਣੀ ਨਹੀਂ। ਆਪਣੀ ਹੈ ਤਾਂ ਆਟੋਬਾਇਓਗ੍ਰਾਫੀ ਹੈ, ਕਿਸੇ ਦੂਸਰੇ ਇਨਸਾਨ ਦੀ ਜੀਵਨੀ ਹੈ ਤਾਂ ਉਹ ਕੀ ਹੈ? ਬਾਇਓਗ੍ਰਾਫੀ। ਅੱਜ ਦੀ ਆਪਾਂ ਲਾਸਟ ਟਰਮ ਕਰਾਂਗੇ ਐਨੈਫਰਾ। ਐਨੈਫਰਾ ਵੀ ਰੈਪੀਟੀਸ਼ਨ ਹੁੰਦੀ ਹੈ, ਪਰ ਆਪਾਂ ਜਿਹੜੀਆਂ ਪਹਿਲਾਂ ਕੀਤੀਆਂ ਐਲੀਟਰੇਸ਼ਨ, ਐਸੋਨੈਂਸ ਅਤੇ ਕੌਨਸੋਨੈਂਸ, ਉਹ ਵੀ ਰੈਪੀਟੀਸ਼ਨ ਆ। ਉਸ ਅਤੇ ਇਸ ਰੈਪੀਟੀਸ਼ਨ 'ਚ ਫਰਕ ਕੀ ਆ ਆਪਾਂ ਇਹ ਕਰਾਂਗੇ। It is a rhetorical device that features the repetition of word or phrase at the beginning of successive sentences, phrases or clauses। ਇਹ ਰੈਪੀਟੀਸ਼ਨ ਕਿੱਥੇ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ,
ਜਿਵੇਂ ਆਪਣੇ ਕੋਲ ਐਗਜ਼ਾਮਪਲ ਦਿੱਤੀ ਹੋਈ ਹੈ, ਇਹ ਆਪਾਂ ਜਿਹੜੀਆਂ 2 ਲਾਈਨਸ ਆ ਉਹਨਾਂ ਦੇ ਸਟਾਰਟਿੰਗ ਤੇ ਰੈਪੀਟੀਸ਼ਨ ਹੁੰਦੀ ਹੈ, ਸਾਰੀ ਲਾਈਨ ਦੇ ਵਿੱਚ ਰੈਪੀਟੀਸ਼ਨ ਨਹੀਂ, ਸਟਾਰਟਿੰਗ ਤੇ ਸਿਰਫ ਰੈਪੀਟੀਸ਼ਨ। ਵੇਖੋ, ਇਟ ਵਾਜ਼ ਦੀ ਬੈਸਟ ਆਫ ਟਾਈਮਸ, ਇਟ ਵਾਜ਼ ਦੀ ਵਰਸਟ ਆਫ ਟਾਈਮਸ, ਇਟ ਵਾਜ਼ ਦੀ ਏਜ ਆਫ ਵਿਜ਼ਡਮ, ਇਟ ਵਾਜ਼ ਦੀ ਏਜ ਆਫ ਫੁਲਿਸ਼ਨੈਸ। ਇਹਦੇ ਸਾਰਿਆਂ ਦੇ ਵਿੱਚ ਕੋਮੇ ਦਿੱਤੇ ਹੋਏ ਆ ਨਾ ਆਪਾਂ ਨੂੰ। ਆ ਵੇਖੋ, ਇਟ ਵਾਜ਼ ਬੈਸਟ ਆਫ ਟਾਈਮਸ, ਇਟ ਵਾਜ਼ ਵਰਸਟ ਆਫ ਟਾਈਮਸ, ਇਹਨਾਂ ਦੇ ਵਿੱਚ ਕੋਮਾ ਹੈ, ਕੋਮੇ ਤੋਂ ਬਾਅਦ ਯਾਨੀ ਠਹਿਰਾ ਤੋਂ ਬਾਅਦ ਫਿਰ ਗੱਲ ਸ਼ੁਰੂ ਹੋ ਰਹੀ ਹੈ। ਹੁਣ ਵੇਖੋ, ਇਟ ਵਾਜ਼ ਬੈਸਟ ਆਫ ਟਾਈਮ, ਇਟ ਵਾਜ਼ ਦੀ ਸੇਮ ਹੈ, ਸੈਕਿੰਡ ਦੇ ਵਿੱਚ ਇਟ ਵਾਜ਼ ਦੀ ਵਰਸਟ ਆਫ ਟਾਈਮ 'ਚ ਵੀ ਇਟ ਵਾਜ਼ ਦੀ ਸੇਮ ਹੈ, ਥਰਡ 'ਚ ਵੇਖੋ ਇਟ ਵਾਜ਼ ਦੀ ਏਜ ਆਫ ਫੁਲਿਸ਼ਨੈਸ, ਇਹਦੇ 'ਚ ਵੀ ਇਟ ਵਾਜ਼ ਦੀ ਸੇਮ ਹੈ, ਫੋਰਥ 'ਚ ਵੇਖੋ ਇਟ ਵਾਜ਼ ਦੀ ਏਜ ਆਫ ਫੁਲਿਸ਼ਨੈਸ, ਇਹਦੇ ਵਿੱਚ ਵੀ ਇਟ ਵਾਜ਼ ਦੀ ਸੇਮ ਹੈ। ਤਾਂ ਇੱਥੇ ਕੀ ਆ, ਅਨੈਫਰਾ। ਮੇ ਵੀ ਹੁਣ ਤੁਹਾਨੂੰ ਇਹ ਸਾਰੇ ਕਲੀਅਰ ਹੋ ਗਏ ਹੋਣਗੇ। ਤੇ ਬਸ ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਮੋਸਟ ਇੰਪੋਰਟੈਂਟ ਸਾਰੀਆਂ ਲਿਟਰੇਰੀ ਟਰਮਸ ਕਰ ਲਈਆਂ। ਤੇ ਕੱਲ ਇਹਦੇ ਨਾਲ ਰਿਲੇਟਡ ਮੈਂ ਤੁਹਾਡੇ ਲਈ ਕੁਝ MCQ ਲੈ ਕੇ ਆਉਂਗੀ, ਜਿਹਦੇ ਵਿੱਚ ਆਪਾਂ ਸਾਰਾ ਜਿਹੜਾ ਹੁਣ ਤੱਕ ਪੜ੍ਹਿਆ ਉਹਦੀ ਰਿਵੀਜ਼ਨ ਵੀ ਕਰ ਲਵਾਂਗੇ। ਤੇ ਤੁਸੀਂ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ, ਤਾਂ ਕਿ ਜਿਹੜੀ MCQ ਕਲਾਸ ਹੈ ਉਹਦਾ ਤੁਹਾਨੂੰ ਨਾਲੋਂ ਨਾਲ ਪਤਾ ਲੱਗ ਸਕੇ। ਥੈਂਕ ਯੂ।